ਸਾਡੇ ਨਾਲ ਇਸ ਵੇਲੇ ਬਰਿੰਦਰ ਸਿੰਘ ਢਿੱਲੋਂ ਸਾਹਿਬ जुड़ रहे हैं, प्रधान ने पंजाब यूथ कांग्रेस के। ਢਿੱਲੋਂ ਸਾਹਿਬ बहुत बहुत स्वागत है। दिल्ली में कार्रवाई चल रही है, मनीष सिसोदिया के घर ते सीबीआई की रेड है और कुल मिला के 21 ਥਾਵਾਂ ਤੇ सीबीआई छापेमारी कर रही है 7 सूबਿਆਂ ਦੇ ਵਿੱਚ। कांग्रेस यूथ कांग्रेस इस पूरी कार्रवाई ਨੂੰ किस तरीके देखती है? देखो ये जी इन्हों की एक्साइज पॉलिसी आ, मेरे ख्याल ओनू लैके ये रेड्स हो रही वा जी, और ਉਹਦੇ ਵਿੱਚ ਇਹਨਾਂ ਨੇ ਵਾਪਸ ਜਿਸ ਤਰੀਕੇ ਨਾਲ ਲਿੱਤੀ ਹੈ ਐਕਸਾਈਜ਼ ਪਾਲਿਸੀ, ਤੁਸੀਂ ਉਹ ਕਲੀਅਰ ਕੱਟ ਤੁਸੀਂ ਵੇਖੋ ਕਲੀਅਰਲੀ ਇੱਕ ਸਰਕਾਰ ਦੇ ਵਿੱਚ ਕਦੀ ਇਹ ਹੁੰਦਾ ਨਹੀਂ ਹੁੰਦਾ ਵੀ ਇੱਕ ਪਾਲਿਸੀ ਬਣਾਉਣ ਔਰ ਉਸ ਪਾਲਿਸੀ ਦੇ ਵਿੱਚ ਇਹਨਾਂ ਨੇ ਬਹੁਤ ਚੇਂਜਸ ਉਸ ਪਾਲਿਸੀ ਜਿਹੜੀ ਬਣਾਉਣ ਤੋਂ ਬਾਅਦ ਇਹਨਾਂ ਨੇ ਬਹੁਤ ਰਿਆਇਤਾਂ ਦਿੱਤੀਆਂ ਠੇਕੇਦਾਰਾਂ ਨੂੰ। ਲੇਕਿਨ ਮੈਂ ਇਹਨਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਵਾਂ, ਹੁਣ ਅਰਵਿੰਦ ਕੇਜਰੀਵਾਲ ਹੁਣੀ ਰੌਲਾ ਪਾਉਣਗੇ, ਇਹਨਾਂ ਨੂੰ ਪੁੱਛੋ ਪੰਜਾਬ 'ਚ ਕੀ ਕਰ ਰਹੇ ਆ ਸਾਰਿਆਂ ਨਾਲ। ਅੱਜ ਕਿਸ ਤਰੀਕੇ ਨਾਲ ਆਸ਼ੂ ਹੋਣਾ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਜਾ ਰਹੇ ਆ, ਕਿਸ ਤਰੀਕੇ ਨਾਲ ਇੱਥੇ ਪੰਜਾਬ ਦੇ ਵਿੱਚ ਕਿਵੇਂ ਰੇਡਾਂ ਮਾਰ ਰਹੇ ਆ। ਜਦੋਂ ਤਾਂ ਇਹ ਪੰਜਾਬ ਦੇ ਵਿੱਚ ਕਰਨ ਤੇ ਉਹਨੂੰ ਜਦੋਂ ਅਸੀਂ ਵੈਂਡੇਟਾ ਕਹਿੰਦੇ ਆ ਤੇ ਉਦੋਂ ਇਹ ਕਹਿੰਦੇ ਆ ਵੀ ਇਹਨਾਂ ਦੀ ਲੜਾਈ ਆ, ਤੇ ਜਦੋਂ ਇਹਨਾਂ ਤੇ ਖੁਦ ਤੇ ਉੱਤੇ ਇਹ ਚੀਜ਼ਾਂ ਹੁੰਦੀਆਂ ਤੇ ਉਦੋਂ ਇਹਨਾਂ ਦੇ ਗੱਲਾਂ ਬਦਲ ਜਾਂਦੀਆਂ, ਉਦੋਂ ਇਹਨਾਂ ਨੂੰ ਸਿੱਖਿਆ ਯਾਦ ਆ ਜਾਂਦੀ ਆ, ਉਦੋਂ ਅਰਵਿੰਦ ਕੇਜਰੀਵਾਲ ਨੂੰ ਇਹ ਲੱਗਦਾ ਵੀ ਅਸੀਂ ਕੰਮ ਕਰ ਰਹੇ ਆ ਤਾਂ ਕਰਕੇ ਕਰ ਰਹੇ ਆ। ਇਹਨਾਂ ਨੂੰ ਕਹੋ ਵੀ ਕਾਨੂੰਨ ਸਾਰਿਆਂ ਵਾਸਤੇ ਇੱਕ ਆ। ਜੋ ਤੁਸੀਂ ਪੰਜਾਬ ਦੇ ਵਿੱਚ ਅਗਰ ਤੁਸੀਂ ਜਦੋਂ ਤੁਹਾਡੀ ਸਰਕਾਰ ਆਈ ਆ, ਜਦੋਂ ਤੁਸੀਂ ਬੱਗੇ ਵਰਗਿਆਂ ਦੇ ਉੱਤੇ ਪਰਚੇ ਦਿੱਤੇ, ਜਦੋਂ ਤੁਸੀਂ ਅਲਕਾ ਲਾਂਬਾ ਦੇ ਉੱਤੇ ਪਰਚੇ ਦਿੱਤੇ, ਉਹ ਇਹ ਰੱਬ ਇੱਥੇ ਹੀ ਆ ਸਾਰਾ ਕੁਛ। ਇਸ ਕਰਕੇ ਇਹ ਗੱਲਾਂ ਹੁਣ ਜਿਹੜੀਆਂ ਇਹਨਾਂ ਨੂੰ ਤਕਲੀਫ ਹੋ ਰਹੀ ਆ, ਇਹ ਆਪ ਵੀ ਇੱਥੇ ਇਹੀ ਸਭ ਕੁਛ ਕਰ ਰਹੇ ਆ ਪੰਜਾਬ ਦੇ ਵਿੱਚ ਵੀ। ਅਗਰ ਇਹਨੂੰ ਇਹ ਵੈਂਡੇਟਾ ਕਹਿਣਗੇ, ਹਾਲੇ ਕਿ ਅਸੀਂ ਇਸ ਗੱਲ ਨਾਲ ਸਹਿਮਤ ਆ ਇਹਨਾਂ ਨਾਲ ਕਿਤੇ ਨਾ ਕਿਤੇ ਵੀ ਬੀਜੇਪੀ ਜਿਹੜੀ ਆ ਵੀ ਉਹ ਵੀ ਇਹੀ ਪਾਲਿਸੀ ਦੇ ਉੱਤੇ ਲੈ ਕੇ ਆਉਂਦੀ ਆ, ਉਹ ਵੀ ਇਹੀ ਐਂ ਹੀ ਵੈਂਡੇਟਾ ਕਰਦੀ ਆ। ਲੇਕਿਨ ਇਹਦੇ ਵਿੱਚ ਦੋ ਚੀਜ਼ਾਂ 'ਚ ਫਰਕ ਆ। ਇੱਕ ਸਿਰਫ ਇਹ ਆ ਵੀ ਐਕਸਾਈਜ਼ ਪਾਲਿਸੀ ਜਿਸ ਤਰੀਕੇ ਨਾਲ ਇਹਨਾਂ ਨੇ ਵਾਪਸ ਲਿੱਤੀ ਆ ਔਰ ਉਹ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਤੇ ਵੱਡੇ ਸਵਾਲ ਖੜੇ ਹੁੰਦੇ ਆ, ਕਿਉਂਕਿ ਇਹਨਾਂ ਨੇ ਵਾਪਸ ਲੈਣ ਦੀ ਕੀ ਲੋੜ ਪੈ ਗਈ ਇਹਨਾਂ ਨੂੰ ਐਕਸਾਈਜ਼ ਪਾਲਿਸੀ। ਐਕਸਾਈਜ਼ ਪਾਲਿਸੀ ਵਾਪਸ ਲੈਣੀ ਉਹ ਬੜੇ ਮਤਲਬ ਇੱਕ ਸਵਾਲੀਆ ਚਿੰਨ੍ਹ ਖੜੀ ਕਿ ਸਰਕਾਰ ਨੇ ਅੱਜ ਤੱਕ ਕਦੀ ਆਪਣੀ ਬਣਾਈ ਹੋਈ ਪਾਲਿਸੀ ਨੂੰ ਇੰਨੀ ਜਲਦੀ ਵਾਪਸ ਨਹੀਂ ਲੈਂਦੇ ਔਰ ਇੰਨੀ ਜਲਦੀ ਉਹਦੇ ਤੇ ਸਵਾਲ ਨਹੀਂ ਖੜੇ ਹੁੰਦੇ। ਔਰ ਉਸ ਪਾਲਿਸੀ ਦੇ ਵਿੱਚ ਅਗਰ ਤੁਸੀਂ ਵੇਖੋਗੇ ਤੇ ਇਹਨਾਂ ਨੇ ਬਹੁਤ ਚੇਂਜਸ ਆਪਣੀ ਸਰਕਾਰ ਤੋਂ ਪਾਲਿਸੀ ਬਣਾਈ ਹੋਣ ਦੇ ਖਿਲਾਫ ਹੀ ਇਹਨਾਂ ਨੇ ਬਹੁਤ ਕੁਝ ਕੀਤਾ। ਸੋ ਦੋ ਚੀਜ਼ਾਂ ਇਹਦੇ ਵਿੱਚ ਆ, ਇੱਕ ਤਾਂ ਇਹਨਾਂ ਦੀ ਪਾਲਿਸੀ ਨੂੰ ਲੈ ਕੇ ਔਰ ਦੂਜਾ ਜੋ ਇਹ ਪੰਜਾਬ ਦੇ ਵਿੱਚ ਕਰ ਰਹੇ ਆ, ਜਿਸ ਤਰੀਕੇ ਦਾ ਵੈਂਡੇਟਾ ਇਹ ਪੰਜਾਬ 'ਚ ਕਰ ਰਿਹਾ। ਸੋ ਹੁਣ ਇਹਨੂੰ ਵੈਂਡੇਟਾ ਨਾ ਇਹ ਰੌਲਾ ਪਾਉਣ, ਪੰਜਾਬ 'ਚ ਸਭ ਕੁਝ ਇਹੀ ਹੈ, ਸਭ ਕੁਝ ਕਰ ਰਿਹਾ ਜਦੋਂ ਆਪ ਇਹੋ ਜਿਹੀ ਜੈਸੀ ਕਰਨੀ ਵੈਸੀ ਭਰਨੀ। ਸੋ ਇਹ ਸਾਰਾ ਕੁਝ ਸਾਹਮਣੇ ਹੀ ਹੈ ਇਹਨਾਂ ਦੇ। ਬਰਿੰਦਰ ਢਿੱਲੋਂ, ਪੰਜਾਬ ਦੇ ਵਿੱਚ ਵੀ ਕਹਿ ਰਹੇ ਸੀਗੇ ਕਿ ਐਕਸਾਈਜ਼ ਪਾਲਿਸੀ ਜਿਹੜੀ ਹੈਗੀ ਚੇਂਜ ਕਰਾਂਗੇ, ਕੁਝ ਨਵਾਂ ਬਦਲਾਅ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਨਜ਼ਰ ਆਏਗਾ। ਤੁਹਾਨੂੰ ਲੱਗਦਾ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਨੇ? ਦੇਖੋ, ਜਦੋਂ ਤੁਸੀਂ ਆਪਣੀ ਬਣਾਈ ਹੋਈ ਪਾਲਿਸੀ ਦੇ ਖਿਲਾਫ ਹੀ ਰਿਆਇਤਾਂ ਦੇਣ ਲੱਪੋ, ਉਹਦੇ ਅੰਦਰ ਉਹਦੀ ਅਗਰ ਡੂੰਘਾਈ 'ਚ ਜਾਓਗੇ ਟਾਈਮ ਲੱਗ ਜਾਂਦਾ ਇਹ ਗੱਲ ਨੂੰ ਦੱਸਦੇ ਹੋਏ। ਲੇਕਿਨ ਅਗਰ ਤੁਸੀਂ ਜਰਨਲਿਸਟ ਸਾਰੇ ਲੋਕਾਂ ਨੂੰ ਮੇਰੀ ਇੱਕ ਬੇਨਤੀ ਆ ਵੀ ਇਹ ਵੇਖੋ ਵੀ ਇਹਨਾਂ ਤੇ ਰੇਡ ਕਿਉਂ ਹੋਈ। ਇਹਨਾਂ ਨੇ ਬਣਾਈ ਐਕਸਾਈਜ਼ ਪਾਲਿਸੀ, ਉਸ ਐਕਸਾਈਜ਼ ਪਾਲਿਸੀ ਦੇ ਖਿਲਾਫ ਅਗਰ ਇਹ ਕੁਛ ਕਰਨਗੇ ਤੇ ਉਹ ਆਪਣੇ ਆਪ ਸਵਾਲੀਆ ਚਿੰਨ੍ਹ ਖੜੇ ਹੋ ਜਾਣਗੇ, ਸਟੇਟ ਐਕਸਚੈਕਰ ਨੂੰ ਲਾਸ ਹੋਣ ਦੀ ਗੱਲਾਂ ਹੋਣਗੀਆਂ। ਇਹਨਾਂ ਨੇ ਆਪਣੀ ਬਣਾਈ ਹੋਈ ਐਕਸਾਈਜ਼ ਪਾਲਿਸੀ ਦੇ ਖਿਲਾਫ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਤੁਸੀਂ ਸਰਕਾਰ ਇੱਕ ਆਪ ਪਾਲਿਸੀ ਬਣਾਵੇ ਔਰ ਉਹਦੇ ਵਿੱਚ ਹੀ ਮਤਲਬ ਤੁਸੀਂ ਰਿਆਇਤ ਨਾ ਕਹੋ, ਉਹਦੇ ਵਿੱਚ ਕਰਪਸ਼ਨ ਕਹਿ ਲਓ, ਉਹਦੇ ਵਿੱਚ ਤੁਸੀਂ ਕੁਛ ਵੀ ਇਹਨਾਂ ਨੇ ਮਤਲਬ ਉਹਦੇ ਵਿੱਚ ਚੇਂਜਸ ਕਰਨੀਆਂ ਤਾਂ ਉਹ ਕਰਪਸ਼ਨ ਹੁੰਦੀ ਆ। ਸੋ ਉਹ ਜਿਹੜੀ ਸੀਬੀਆਈ ਦੀ ਰੇਡ ਆ ਉਹ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇਹਨਾਂ ਨੂੰ ਵਾਪਸ ਲੈਣ ਦੀ ਕੀ ਲੋੜ ਪੈ ਗਈ? ਐਕਸਾਈਜ਼ ਪਾਲਿਸੀ ਵਾਪਸ ਲੈਣ ਦੀ ਕੀ ਲੋੜ ਪਈ? ਇਹ ਸਵਾਲ ਦਾ ਜਵਾਬ ਲੱਭ ਲੈਂਦੇ ਆ। ਸਨੀ ਆਹਲੂਵਾਲੀਆ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਆਗੂ। ਸਨੀ ਆਹਲੂਵਾਲੀਆ ਸਾਹਿਬ, ਪਾਲਿਸੀ ਬਣੀ ਐਕਸਾਈਜ਼ ਪਾਲਿਸੀ, ਮਨੀਸ਼ ਸਿਸੋਦੀਆ ਇਹ ਕਹਿ ਰਹੇ ਸੀਗੇ ਉਸ ਵੇਲੇ ਕਿ 6000 ਕਰੋੜ ਦਾ ਰੈਵਨਿਊ ਆਉਂਦਾ ਸੀਗਾ, ਇਸ ਪਾਲਿਸੀ ਦੇ ਨਾਲ 9.30 ਕਰੋੜ ਦਾ ਰੈਵਨਿਊ ਸਾਨੂੰ ਆਇਆ। ਫਿਰ ਇਸ ਪਾਲਿਸੀ ਨੂੰ ਵਾਪਸ ਲੈਣ ਦੀ ਲੋੜ ਕਿਉਂ ਪਈ? ਸਵਾਲ ਇਹ ਪੂਰੀ ਵਿਰੋਧੀ ਧਿਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਅੱਜ ਪੁੱਛ ਰਹੀ ਹੈ ਕਿ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਦਿੱਲੀ ਹੈ ਫੁੱਲ ਸਟੇਟ ਨਹੀਂ ਹੈ, ਇਹਨਾਂ ਨੇ ਆਪਣਾ ਲੈਫਟੀਨੈਂਟ ਉੱਥੇ ਬਿਠਾਇਆ ਹੈ। ਉਹ ਹਰ ਇੱਕ ਗੱਲ ਦੇ ਅੰਦਰ ਪਹਿਲਾਂ ਉਹਨੇ ਅਪਰੂਵ ਕਰਤੀ, ਫਿਰ ਉਹਨੇ ਕੋਈ ਆਬਜੈਕਸ਼ਨ ਲਾਤੇ ਜਿਨ੍ਹਾਂ ਨੂੰ ਚੇਂਜ ਕਰਨ ਲਈ ਕਿਹਾ ਗਿਆ। ਅੱਜ ਇੱਥੇ ਬੈਠ ਕੇ ਇਹ ਕਹਿ ਰਹੇ ਜੀ ਇਹਨਾਂ ਨੇ ਵਾਪਸ ਲੈ ਲਈ। ਇਹ ਹੈ ਤੇ ਇਹ ਵੀ ਕਹਿੰਦੇ ਪੰਜਾਬ ਦੀ ਪਾਲਿਸੀ ਅਸੀਂ ਵਾਪਸ ਕਰਾ ਦਾਂਗੇ ਹਾਈ ਕੋਰਟ ਦੇ ਥਰੂ। ਮੈਂ ਦੱਸਣਾ ਚਾਹੁੰਦਾ ਜਿੱਥੇ ਫੁੱਲ ਸਟੇਟ ਹੁੰਦੀ ਹੈ ਉੱਥੇ ਡਿਫਰੈਂਟ ਇਸ਼ੂਜ਼ ਹੁੰਦੇ ਨੇ, ਜਿੱਥੇ ਇਹ ਲੋਕ ਡੋਮੀਨੇਟ ਕਰ ਰਹੇ ਸਾਡੀ ਸਾਰੀ ਚੀਜ਼ਾਂ ਦੇ ਉੱਤੇ।
ਪਰ ਇਹਨਾਂ ਨੂੰ ਇੱਕ ਗੱਲ ਪੁੱਛੋ ਵੀ ਗੁਜਰਾਤ ਦੇ ਅੰਦਰ ਤਾਂ ਸ਼ਰਾਬ ਬੈਂਡ ਹੈ, ਉੱਥੇ ਸ਼ਰੇਆਮ ਸ਼ਰਾਬ ਵਿਕ ਰਹੀ ਹੈ, ਲੋਕੀ ਪੀ ਕੇ ਮਰ ਰਹੇ ਨੇ। ਅੱਜ ਤੱਕ ਉੱਥੇ ਨਾ ਈਡੀ ਦੀ ਰੇਡ ਹੋਈ, ਨਾ ਸੀਬੀਆਈ ਦੀ ਰੇਡ ਹੋਈ। ਬਈ ਜਿੱਥੇ ਤਾਂ ਬੀਜੇਪੀ ਦੀ ਸਰਕਾਰ ਹੈ ਉੱਥੇ ਸਾਰੇ ਬੰਦੇ ਗੰਗਾ ਨਹਾਏ ਹੋਏ ਨੇ, ਪਰ ਜਿੱਥੇ ਹੋਰ ਜਗ੍ਹਾ ਤੇ ਪਾਰਟੀ ਦੀ ਸਰਕਾਰ ਹੈ ਉੱਥੇ ਸਾਰੇ ਕਰਪਟ ਲੋਕ ਨੇ। ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਰੇਡ ਕਰੀਆਂ, ਸਿਸੋਦੀਆ ਜੀ ਦੇ ਉੱਤੇ ਪਹਿਲਾਂ ਵੀ ਇਹਨਾਂ ਨੇ ਐਕਸ਼ਨ ਚੱਕਿਆ। ਪਰ ਅਸੀਂ ਦੱਸਣਾ ਚਾਹੁੰਦੇ ਕੱਟਰ ਇਮਾਨਦਾਰ ਸਰਕਾਰ ਹੈ ਆਮ ਆਦਮੀ ਪਾਰਟੀ ਦੀ। ਜਿਹੜਾ ਮਰਜ਼ੀ ਚੀਜ਼ਾਂ ਲੱਭਦੇ ਰਹਿਣ, ਕਦੀ 3 ਮਫਲਰ ਮਿਲਣਗੇ, ਕਦੀ 3 ਟੋਪੀਆਂ ਮਿਲਣਗੀਆਂ, ਹੋਰ ਕੁਝ ਨਹੀਂ ਮਿਲਣਾ। ਜਿੰਨੀ ਮਰਜ਼ੀ ਰੇਡਸ ਕਰਦੇ ਨੇ, ਪਰ ਜਦ ਅਸੀਂ ਪੰਜਾਬ ਸਨੀ ਆਹਲੂਵਾਲੀਆ ਸਾਹਿਬ ਸਵਾਲ ਇਸ ਗੱਲ ਨੂੰ ਲੈ ਕੇ ਆਇਆ ਕਿ ਜੇਕਰ ਐਕਸਾਈਜ਼ ਪਾਲਿਸੀ ਇੰਨੀ ਸਟਰੋਂਗ ਸੀਗੀ ਫਿਰ ਉਹ ਵਾਪਸ ਲੈਣ ਲਈ ਕਿਉਂ ਮਜਬੂਰ ਹੋਣਾ ਪਿਆ? ਕਿ ਉਸ ਦੇ ਅਗੇਂਸਟ ਜਿਹੜਾ ਹੈਗਾ ਕਿ ਉਸ ਦੇ ਅਗੇਂਸਟ ਜਦੋਂ ਐਲਜੀ ਨੇ ਜੇ ਕੋਈ ਸਟੈਪ ਚੱਕ ਲਿਆ ਸੀ ਤਾਂ ਕੀ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਸੀ? ਅਸੀਂ ਤਾਂ ਸਾਰੀ ਜਗ੍ਹਾ ਤੇ ਵਿਰੋਧ ਕਰਦੇ ਪਏ। ਸਾਡੇ ਤੇ ਮੁੱਖ ਮੰਤਰੀ ਦਿੱਲੀ ਦੇ ਅੰਦਰ ਇਹ ਲੋਕ ਕੰਮ ਤਾਂ ਕਰਨ ਹੀ ਨਹੀਂ ਦਿੰਦੇ। ਸਾਡੇ ਤੋਂ ਵਿਰੋਧ ਤੇ ਲਾਇਆ ਹੋਇਆ ਹੈ। ਸਰਕਾਰ ਲੋਕਾਂ ਨੇ ਇਲੈਕਟ ਸਾਨੂੰ ਕੀਤਾ, ਲੈਫਟੀਨੈਂਟ ਬਿਠਾਉਣ ਦੀ ਲੋੜ ਨਹੀਂ। ਅਸੀਂ ਕਰਦੇ ਕਹਿੰਦੇ ਸਾਨੂੰ ਫੁੱਲ ਸਟੇਟ ਦਾ ਉਹਦਾ ਦਿੱਤਾ ਜਾਵੇ ਦਿੱਲੀ ਨੂੰ। ਕਿਉਂ ਨਹੀਂ ਦਿੰਦੇ ਹੈ? ਕਿਉਂ ਬਾਰ-ਬਾਰ ਸਾਨੂੰ ਘੇਰਨ ਨੂੰ ਫਿਰਦੇ? ਇਹਨਾਂ ਨੂੰ ਸਿਰਫ ਡਰ ਹੈ ਕਿ ਗੁਜਰਾਤ ਤੇ ਹਿਮਾਚਲ 'ਚ ਜਿਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹੈ, ਇਹਨਾਂ ਨੇ ਪੂਰਾ ਜ਼ੋਰ ਸਾਨੂੰ ਰੋਕਣ ਤੇ ਲਾਇਆ ਹੋਇਆ। ਮਨੀਸ਼ ਸਿਸੋਦੀਆ ਜੀ ਸ਼ਿਮਲੇ ਜਾਂਦੇ, ਅਗਲੇ ਦਿਨ ਸੀਬੀਆਈ ਰੇਡ ਕਰ ਦਿੰਦੇ, ਗੁਜਰਾਤ ਜਾਂਦੇ ਤਦ ਰੇਡ ਕਰ ਦਿੰਦੇ। ਅੱਜ ਇਹ ਬੈਠ ਕੇ ਪੁੱਛਣਾ ਚਾਹੁੰਦੇ ਆ ਗੁਜਰਾਤ 'ਚ ਕਿਉਂ ਨਹੀਂ ਰੇਡ ਕੀਤੀ? ਗੁਜਰਾਤ 'ਚ ਸ਼ਰਾਬ ਠੀਕ ਹੈ ਆਹਲੂਵਾਲੀਆ ਸਾਹਿਬ ਇੱਕ ਮਿੰਟ, ਬਰਿੰਦਰ ਢਿੱਲੋਂ ਸਾਹਿਬ ਇਹ ਸਾਰੀ ਸਿਨੈਰੀਓ ਜਿਹੜਾ ਸਨੀ ਆਹਲੂਵਾਲੀਆ ਦੱਸ ਰਹੇ ਨੇ ਕਿ ਸਾਰੀ ਥਾਂ ਤੇ ਜਿੱਥੇ ਬੀਜੇਪੀ ਆ ਉਸ ਦੀ ਸਰਕਾਰਾਂ ਨੇ ਉਸ ਥਾਂ ਤੇ ਵੀ ਜਿਹੜਾ ਹੈਗਾ ਸ਼ਰਾਬ ਨਜਾਇਜ਼ ਤਰੀਕੇ ਨਾਲ ਵਿਕ ਰਹੀ ਹੈ, ਉੱਥੇ ਰੇਡ ਨਹੀਂ ਹੁੰਦੀ, ਸਾਡੇ ਤੇ ਹੋ ਰਹੀ ਹੈ ਕਿਉਂਕਿ ਫੁੱਲ ਸਟੇਟ ਸਾਡੇ ਕੋਲ ਨਹੀਂ ਹੈਗਾ ਦਿੱਲੀ ਵਿੱਚ। ਤੁਹਾਨੂੰ ਇਹੀ ਗੱਲ ਕਹਿ ਰਿਹਾ, ਪੰਜਾਬ ਦੇ ਵਿੱਚ ਜਦੋਂ ਰੇਡਾਂ ਕੀਤੀਆਂ ਇਹਨਾਂ ਨੇ, ਹਲਕਾ ਲਾਂਬਾ ਉਹਨਾਂ ਤੇ ਜਦੋਂ ਪਰਚੇ ਕੀਤੇ, ਜਦੋਂ ਇਹਨਾਂ ਕੋਲ ਫੁੱਲ ਸਟੇਟ ਆਈ, ਇਹਨਾਂ ਨੇ ਬੱਗੇ ਵਰਗੇ ਬੰਦਿਆਂ ਨੂੰ ਚੱਕਣਾ ਸ਼ੁਰੂ ਕੀਤਾ। ਫਿਰ ਹਾਈ ਕੋਰਟ ਦੇ ਉੱਤੋਂ ਬੇਇੱਜ਼ਤੀਆਂ ਕਰਵਾਈਆਂ, ਜਲੂਸ ਕਢਾਇਆ। ਉਦੋਂ ਇਹਨਾਂ ਨੂੰ ਯਾਦ ਨਾ ਆਇਆ? ਇੱਥੇ ਆ ਕੇ ਜਦੋਂ ਇਹ ਵੈਂਡੇਟਾ ਦੀ ਗੱਲ ਕਰ ਰਹੇ ਆ, ਪੰਜਾਬ ਕੀ ਕਰ ਰਹੇ ਆ? ਸਾਰੇ ਫੁੱਲ ਸਟੇਟ ਤਾਂ ਵੇਖ ਰਹੇ ਹੋ ਕੀ ਨਜ਼ਾਰਾ ਲੈ ਰਹੇ ਆ। ਮੂਸੇ ਵਾਲੇ ਵਰਗੇ ਸਿੰਗਰਾਂ ਦੇ ਕਤਲ ਹੋ ਜਾਣ, ਤੁਸੀਂ ਇੱਥੇ ਜਿਹੜੀ ਪਾਲਿਸੀਆਂ ਲਾਗੂ ਕਰ ਰਹੇ ਹੋ, ਇੱਥੇ ਅੱਜ ਤੁਹਾਡੀ ਸਾਰਾ ਫੂਡ ਐਂਡ ਸਪਲਾਈ ਡਿਪਾਰਟਮੈਂਟ ਤੁਹਾਡਾ ਸਾਰਾ ਉਹਦੇ ਤੇ ਚਲਾ ਗਿਆ ਵਾ, ਸਟ੍ਰਾਈਕ ਦੇ ਉੱਤੇ। ਤੁਸੀਂ ਗੱਲ ਕਰ ਰਹੇ ਸੀ ਹੁਣ, ਇੱਕ ਬੜੀ ਇੰਟਰਸਟਿੰਗ ਗੱਲ ਹੈ ਇਹਨਾਂ ਦੀ ਆਪ ਦੇ ਸਟੇਟਮੈਂਟ ਆ, ਕਹਿੰਦੇ ਫੁੱਲ ਸਟੇਟ ਦਾ ਅਹੁਦਾ ਦੇ ਦੇਣਾ ਚਾਹੀਦਾ, ਸਾਡੇ ਤੇ ਲੈਫਟੀਨੈਂਟ ਗਵਰਨਰ ਕਿਉਂ ਬਿਠਾਇਆ? ਤੇ ਜਦੋਂ ਜੰਮੂ ਐਂਡ ਕਸ਼ਮੀਰ ਜਾ ਕੇ ਲੈਫਟੀਨੈਂਟ ਗਵਰਨਰ ਬਿਠਾਤਾ ਉਦੋਂ ਤੁਸੀਂ ਉਹਦੀ ਸਪੋਰਟ ਵਿੱਚ ਆ ਗਏ। ਤੁਸੀਂ ਫੁੱਲ ਸਟੇਟ ਦਾ ਅਹੁਦਾ ਸੀ ਜੰਮੂ ਐਂਡ ਕਸ਼ਮੀਰ 'ਚ, ਜਦੋਂ ਉਹਨਾਂ ਨੂੰ ਯੂਨੀਅਨ ਟੈਰੀਟਰੀ ਦਾ ਉੱਥੇ ਅਹੁਦਾ ਦੇ ਦਿੱਤਾ ਉਦੋਂ ਤੁਸੀਂ ਉਹਨਾਂ ਦੀ ਸਪੋਰਟ ਵਿੱਚ ਚਲੇ ਗਏ। ਦਿੱਲੀ ਦੇ ਵਿੱਚ ਇਹਨਾਂ ਨੂੰ ਲੈਫਟੀਨੈਂਟ ਗਵਰਨਰ ਨਹੀਂ ਚਾਹੀਦਾ, ਤੇ ਜੰਮੂ ਐਂਡ ਕਸ਼ਮੀਰ ਜਦੋਂ ਲੈਫਟੀਨੈਂਟ ਗਵਰਨਰ ਬਹਿੰਦਾ ਤੇ ਉਦੋਂ ਉਹਦੀ ਸਪੋਰਟ ਵਿੱਚ ਆ ਜਾਂਦੇ ਉੱਥੇ ਫੁੱਲ ਸਟੇਟ ਦਾ। ਇਹ ਡਬਲ ਸਟੈਂਡਰਡਸ ਆ ਇਹਨਾਂ ਦੇ, ਜਦੋਂ ਇਹਨਾਂ ਤੇ ਆਪ ਤੇ ਪੈਂਦੀਆਂ ਵਾ ਉਦੋਂ ਇਹਨਾਂ ਦੀਆਂ ਕਨਗਲ ਲੱਗ ਪੈਂਦੀਆਂ। ਸਨੀ ਆਹਲੂਵਾਲੀਆ ਸਾਹਿਬ ਜਵਾਬ ਇਸ ਸਵਾਲ ਦਾ ਜਵਾਬ ਲੈ ਲਈ। ਢਿੱਲੋਂ ਸਾਹਿਬ ਆਏ ਨੇ ਐਕਸਾਈਜ਼ ਤੇ ਮੈਂ ਢਿੱਲੋਂ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਵੀ ਅਸੀਂ ਪਾਲਿਸੀ ਬਣਾਉਂਦੇ, ਕਦੀ ਤੁਸੀਂ ਸੁਣਿਆ ਕਿ ਵੀ ਕਰਪਸ਼ਨ ਦੇ ਅੰਦਰ ਪਾਲਿਸੀ ਦਾ ਰੈਵਨਿਊ ਵੱਧ ਜਾਏ? ਪੰਜਾਬ ਦੇ ਅੰਦਰ ਅਸੀਂ ਰੈਵਨਿਊ ਵਧਾਤਾ, ਇਹਨਾਂ ਨੇ ਸਾਰੇ ਜਿਹੜੇ ਇੱਕ ਮਾਫੀਆ ਸੀਗਾ ਉਹਨੂੰ ਇਕੱਠੇ ਕਰਕੇ ਇਹਨਾਂ ਨੇ ਜਵਾਬ ਲੈ ਲਿਆ ਮੈਂ ਜਵਾਬ ਦਿੰਦਾ ਇਹਨਾਂ ਨੂੰ ਇਕੱਠੇ ਕਰ ਲਏ। ਜਦ ਕਿਸੇ ਵੀ ਬੰਦੇ ਦੇ ਉੱਤੇ ਆਮ ਆਦਮੀ ਪਾਰਟੀ ਐਕਸ਼ਨ ਲੈਂਦੀ ਹੈ, ਆਪੋਜੀਸ਼ਨ ਜਾ ਕੇ ਉਹਨਾਂ ਨਾਲ ਖੜੇ ਹੋ ਜਾਂਦੀ ਹੈ, ਕਿਸੇ ਵੀ ਐਂਗਲ ਤੇ ਤੁਸੀਂ ਦੇਖ ਲਓ। ਸਨੀ ਆਹਲੂਵਾਲੀਆ ਸਾਹਿਬ ਸਵਾਲ ਤਾਂ ਇਹੀ ਹੈ ਨਾ, ਸਨੀ ਆਹਲੂਵਾਲੀਆ ਸਾਹਿਬ ਸਵਾਲ ਤਾਂ ਇਹੀ ਹੈ ਨਾ। ਮਨੀਸ਼ ਸਿਸੋਦੀਆ ਕਹਿ ਰਹੇ ਸੀ ਕਿ 6000 ਕਰੋੜ ਦਾ ਸਰਕਾਰੀ ਪਾਲਿਸੀ ਵਿੱਚ ਲਾਹਾ ਮਿਲਦਾ ਸੀ, ਸਾਡੀ ਪਾਲਿਸੀ ਦੇ ਨਾਲ 9.30 ਕਰੋੜ ਦਾ ਲਾਹਾ ਮਿਲਿਆ। ਜੇਕਰ ਐਲਜੀ ਨੇ ਇਸ ਨੂੰ ਰੱਦ ਕਰ ਦਿੱਤਾ ਸੀ, ਜੇਕਰ ਤੁਸੀਂ ਕਹਿ ਰਹੇ ਹੋ, ਜਿਸ ਤਰੀਕੇ ਤੁਸੀਂ ਬਿਆਨ ਕਰ ਰਹੇ ਹੋ ਕਿ ਐਲਜੀ ਨੇ ਜਿਹੜਾ ਹੈਗਾ ਇਸ ਨੂੰ ਰੱਦ ਕਰਵਾ ਦਿੱਤਾ, ਕੀ ਇਸ ਨੂੰ ਚੈਲੰਜ ਕੀਤਾ ਗਿਆ? ਲੀਗਲੀ ਇਸ ਨੂੰ ਤੁਸੀਂ ਚੈਲੰਜ ਕੀਤਾ ਹੈ ਕਿਤੇ? ਪ੍ਰਦਰਸ਼ਨ ਕਰਨਾ ਇੱਕ ਵੱਖਰੀ ਗੱਲ ਹੈ। ਮੈਂ ਤੁਹਾਨੂੰ ਇਹ ਗਲਤ ਇਨਫੋਰਮੇਸ਼ਨ ਦੇ ਰਿਹਾ, ਇਹਨਾਂ ਨੇ ਪਾਲਿਸੀ ਵਾਪਸ ਲਿੱਤੀ ਕਰਦੇ ਆ ਰਹੇ ਆ। ਸਾਨੂੰ ਇਹਨਾਂ ਨੂੰ ਪੁੱਛੋ ਸਟੇਟ ਦਿੱਤੀ ਜਾਵੇ, ਦਿੱਲੀ ਨੂੰ ਫੁੱਲ ਸਟੇਟ ਬਣਾ ਕੇ ਸਾਨੂੰ ਉਹ ਦਿੱਤਾ ਜਾਵੇ। ਦੇਖੋ ਇਦਾਂ ਹੈ, ਇਹਨਾਂ ਨੂੰ ਪੁੱਛੋ ਅਗਰ ਇੰਨੇ ਕੱਟੜ ਇਮਾਨਦਾਰ ਸੀ, ਇਮਾਨਦਾਰ ਭੱਜ ਕੇ ਪਾਲਿਸੀ ਵਾਪਸ ਪੰਜਾਬ ਤੇ ਹੀ ਮੁਕਤ ਕਰਤੀ। ਅੱਜ ਇਹਨਾਂ ਨੂੰ ਤਕਲੀਫ ਇਹ ਹੋ ਰਹੀ ਹੈ ਕਿ ਜਿਹੜੀ ਚੀਜ਼ਾਂ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਸੀਗੇ ਕਾਂਗਰਸ ਵਾਲੇ। ਸਨੀ ਆਹਲੂਵਾਲੀਆ ਸਾਹਿਬ ਸਵਾਲ ਇਸ ਗੱਲ ਨੂੰ ਲੈ ਕੇ ਹੈ, ਜੇਕਰ ਇੰਨੀ ਵਧੀਆ ਪਾਲਿਸੀ ਸੀ ਤੁਸੀਂ ਵਾਪਸ ਲਈ? ਪਹਿਲੀ ਗੱਲ ਤਾਂ ਹੈ, ਪਹਿਲਾ ਸਵਾਲ ਤਾਂ ਬਹੁਤ ਕਲੀਅਰ ਇਹ ਹੈਗਾ ਕਿ ਤੁਸੀਂ ਵਾਪਸ ਲਈ ਹੈ, ਐਲਜੀ ਨੇ ਰੱਦ ਕੀਤੀ ਹੈ। ਔਰ ਦੂਜਾ ਸਵਾਲ ਇਹ ਕਿ ਜੇਕਰ ਐਲਜੀ ਨੇ ਰੱਦ ਕੀਤੀ ਹੈ ਫਿਰ ਤੁਸੀਂ ਕੀ ਇਸ ਨੂੰ ਲੀਗਲੀ ਚੈਲੰਜ ਕੀਤਾ ਕਿਤੇ? ਨਹੀਂ, ਐਲਜੀ ਨੇ ਰੱਦ ਨਹੀਂ ਕੀਤੀ, ਇਹਨਾਂ ਨੇ ਵਾਪਸ ਲਈ ਆ। ਨਹੀਂ ਵਾਪਸ, ਮੈਂ ਤਾਂ ਕਹਿ ਰਿਹਾ ਸਾਡੇ ਉੱਤੇ ਉਹਨਾਂ ਨੇ ਇੰਨੇ ਰੋਕ ਲਾਤੇ ਸੀ ਜਿਹਦੇ ਕਰਕੇ ਲੈਫਟੀਨੈਂਟ ਦੇ ਵਿੱਚ ਉਹਦੇ ਆਣ ਕਰਕੇ ਸਾਨੂੰ ਵਾਪਸ ਇਹਨਾਂ ਨੂੰ ਕੱਟੜ ਮਾਰਨ ਦਾ ਡਰ ਕਿਉਂ ਜਾਂਦੇ ਆ? ਫਿਰ
ਕੱਟੜ ਇਮਾਨਦਾਰ ਡਰਦੇ ਆ, ਇਮਾਨਦਾਰੀ ਦੀ ਕੀਮਤ ਦੇਣ ਤੋਂ ਡਰਦੇ ਹੋ, ਜੇਲ੍ਹ ਜਾਣ ਤੋਂ ਡਰਦੇ ਹੋ। ਖੜੇ ਰਹੋ ਆਪਣੀ ਗੱਲ ਦੇ ਉੱਤੇ। ਕੇਜਰੀਵਾਲ ਜੀ ਨੇ ਤੇ ਲੈਫਟੀਨੈਂਟ ਦੇ ਕਮਰੇ 'ਚ ਜਾ ਕੇ ਧਰਨਾ ਲਾਤਾ ਸੀ, ਤੁਸੀਂ ਲੋਕ ਤਾਂ ਜਾ ਕੇ ਬੀ ਟੀਮ ਬੀਜੇਪੀ ਦਾ ਆਹਲੂਵਾਲੀਆ ਸਾਹਿਬ ਧਰਨੇ ਲਾਉਣ ਨਾਲ ਬਹੁਤਾ ਕੁਝ ਨਹੀਂ ਹੁੰਦਾ, ਲੀਗਲੀ ਚੈਲੰਜ ਕੀਤਾ ਕਿਤੇ ਤੁਸੀਂ? ਇੱਕੋ ਪਾਰਟੀ ਹੈ ਪੂਰੇ ਦੇਸ਼ ਦੇ। ਸਨੀ ਆਹਲੂਵਾਲੀਆ ਸਾਹਿਬ ਲੀਗਲੀ ਕਿਤੇ ਚੈਲੰਜ ਕੀਤਾ? ਉਹਨਾਂ ਦੀ ਬੀ ਟੀਮ ਬਣ ਕੇ ਕੰਮ ਕਰਦੇ ਰਹੇ ਹੋ। ਸਨੀ ਆਹਲੂਵਾਲੀਆ ਸਾਹਿਬ ਲੀਗਲੀ ਕਿਤੇ ਕੋਈ ਚੈਲੰਜ ਕੀਤਾ ਤੁਸੀਂ? ਉਸ ਤੋਂ ਬਾਅਦ ਚੰਨੀ ਆਇਆ, ਉਹਨੇ ਆਪਣੇ ਘਰ ਭਰ ਲਏ। ਤੁਸੀਂ ਸਨੀ ਆਹਲੂਵਾਲੀਆ ਸਾਹਿਬ ਲੀਗਲੀ ਤੁਸੀਂ ਚੈਲੰਜ ਕੀਤਾ? ਕਿਉਂਕਿ ਦੇਸ਼ ਵਿੱਚ ਇੱਕ ਕਾਨੂੰਨ ਵਿਵਸਥਾ ਹੈਗੀ ਹੈ। ਜੇਕਰ ਤੁਸੀਂ ਕਹਿੰਦੇ ਹੋ ਸਾਡੀ ਕੱਟੜ ਇਮਾਨਦਾਰ ਸਰਕਾਰ ਹੈ, ਅਸੀਂ ਚੰਗਾ ਕੰਮ ਕਰ ਰਹੇ ਸੀਗੇ, ਕਿਸੇ ਨੇ ਆ ਕੇ ਤੁਹਾਡੇ ਤੇ ਪ੍ਰੈਸ਼ਰ ਪਾਇਆ, ਭਾਵੇਂ ਉਹ ਐਲਜੀ ਦਾ ਪ੍ਰੈਸ਼ਰ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ, ਤੁਸੀਂ ਪਾਲਿਸੀ ਵਾਪਸ ਲੈ ਲਈ ਉਸ ਪ੍ਰੈਸ਼ਰ ਵਿੱਚ ਆ ਕੇ, ਤੁਸੀਂ ਉਸ ਨੂੰ ਚੈਲੰਜ ਕੀਤਾ ਕਿਤੇ ਜਾ ਕੇ ਕਿ ਸਾਡੀ ਪਾਲਿਸੀ ਜਿਹੜੀ ਹੈਗੀ ਉਹ ਸਹੀ ਸੀਗੀ ਔਰ ਸਾਨੂੰ ਗਲਤ ਤਰੀਕੇ ਹਟਾਇਆ ਗਿਆ? ਪਾਲਿਸੀ ਦੇ ਅੰਦਰ ਚੇਂਜਸ ਕੀਤੇ ਗਏ, ਪਾਲਿਸੀ ਨੂੰ ਫਿਰ ਤੋਂ ਇੰਪਲੀਮੈਂਟ ਕਰਨ ਲਈ ਇੱਕ ਨਵੀਂ ਪਾਲਿਸੀ ਨੂੰ ਇੰਪਲੀਮੈਂਟ ਕਰਨ ਲਈ ਭੇਜਿਆ ਗਿਆ ਹੈ, ਜਿਹਦੇ ਨਾਲ ਇਸ ਚੀਜ਼ ਨੂੰ ਅਸੀਂ ਸਹੀ ਕਰੇ ਜਾਵਾਂਗੇ। ਇਹ ਕਿੰਨਾ ਝੂਠ ਬੋਲੀ ਜਾਂਦੇ, ਇਹਨਾਂ ਨੂੰ ਸਰਕਾਰਾਂ ਚਲਾਉਣੀਆਂ ਨਹੀਂ ਆਉਂਦੀਆਂ, ਕਦੀ ਪਾਲਿਸੀਆਂ ਵੀ ਚੇਂਜ ਹੁੰਦੀਆਂ। ਤੁਹਾਨੂੰ ਪਤਾ ਸਾਡੀ ਸਰਕਾਰ ਕਿਵੇਂ ਚੱਲ ਰਹੀ ਹੈ? ਤੁਸੀਂ ਸਾਨੂੰ ਰਾਏ ਦਿਓਗੇ? ਜਿਨ੍ਹਾਂ ਨੇ ਖੁਦ ਇੰਨੇ ਬੇਵਕੂਫ ਲੋਕ ਆ, ਮੰਤਰੀ ਦਾ ਅੰਦਰ ਬੈਠੇ ਆ, ਤੁਸੀਂ ਕਾਹਨੂੰ ਗੱਲਾਂ ਕਰਦੇ ਹੋ? ਇੰਨੇ ਬੇਵਕੂਫ ਲੋਕ ਆ, ਇੰਨੇ ਜ਼ਿਆਦਾ ਬੇਵਕੂਫ ਲੋਕ ਆ, ਸਰਕਾਰਾਂ ਚਲਾਉਣ ਦੇ ਵਿੱਚ ਪਾਲਿਸੀਆਂ ਅਮੈਂਡ ਹੁੰਦੀਆਂ, ਪਾਲਿਸੀਆਂ ਬਣਾ ਕੇ ਤੁਸੀਂ ਅਮੈਂਡ ਕਰਨ ਲੱਗ ਪੋਗੇ। ਕੋਈ ਬੱਚਿਆਂ ਦਾ ਖੇਡ ਆ? ਸਰਕਾਰ ਆਓ, ਸਰਕਾਰਾਂ ਦੇ ਵਿੱਚ ਇਹ ਪਾਲਿਸੀਆਂ ਅਮੈਂਡ ਨਹੀਂ ਹੁੰਦੀਆਂ, ਪਾਲਿਸੀਆਂ ਤੇ ਖੱਟਾ ਪੈਂਦਾ ਵਾ। ਕੀਮਤਾਂ ਚੁਕਾਉਣੀਆਂ ਸ਼ੁਰੂ ਕਰੋ, ਕੱਟੜ ਇਮਾਨਦਾਰ ਆਪਣੇ ਆਪ ਨੂੰ ਆਪ ਹੀ ਸਰਟੀਫਿਕੇਟ ਦੇਣ ਲੱਗ ਪਿਆ ਕਰੋ ਕਿ ਕੱਟੜ ਇਮਾਨਦਾਰ, ਕੱਟੜ ਇਮਾਨਦਾਰ। ਤੁਹਾਡੇ ਕਹਿਣ ਨਾਲ ਕੱਟੜ ਇਮਾਨਦਾਰ ਨਹੀਂ ਹੋ ਜਾਣਾ, ਤੁਹਾਡੇ ਐਕਸ਼ਨ ਦੱਸਣਗੇ ਤੁਸੀਂ ਕੱਟੜ ਇਮਾਨਦਾਰ ਹੋ ਕਿ ਨਹੀਂ ਹੋ। ਤੁਹਾਡੇ ਤੋਂ ਆਪਣੇ ਆਪ ਨੂੰ ਆਪ ਹੀ ਸਰਟੀਫਿਕੇਟ ਨਾ ਦੇਣ ਲੱਗ ਪਿਆ ਕਰੋ ਕਿ ਅਸੀਂ ਇਮਾਨਦਾਰ, ਆਪਣਾ ਢਿੰਡੋਰਾ ਆਪਣਾ ਪੱਟਿਆ ਕਰੋ। ਲੋਕਾਂ ਨੂੰ ਕਹਿਣ ਤੋਂ ਵੀ ਤੁਸੀਂ ਜਿਸ ਹਿਸਾਬ ਨਾਲ ਇਲੈਕਸ਼ਨ ਹਾਰੇ ਹੋ, ਸਾਡੇ ਸਾਰੇ ਮੰਤਰੀ ਹਾਰ ਗਏ, ਤੁਹਾਨੂੰ ਹੁਣ ਵੀ ਰਿਜੈਕਸ਼ਨ ਦੀ, ਤੁਹਾਨੂੰ ਹੋਰ ਵੀ ਪਾਲਿਸੀ 'ਚ ਕੁਝ ਚਾਹੀਦੀ ਹੈ। ਸਨੀ ਆਹਲੂਵਾਲੀਆ ਸਾਹਿਬ ਸਵਾਲ ਹਜੇ ਵੀ ਖੜਾ ਉੱਥੇ, ਸਨੀ ਆਹਲੂਵਾਲੀਆ ਸਾਹਿਬ ਸਵਾਲ ਹਜੇ ਵੀ ਉੱਥੇ ਖੜਾ ਹੈ। ਜੇਕਰ ਪਾਲਿਸੀ ਸਹੀ ਸੀਗੀ, ਅਮੈਂਡਮੈਂਟ ਦੀ ਲੋੜ ਕਿਉਂ ਪੈਂਦੀ ਹੈ? ਜੇਕਰ ਪਾਲਿਸੀ ਸਹੀ ਸੀਗੀ, ਵਾਪਸ ਲੈ ਜਾਣ ਤੇ ਤੁਸੀਂ ਲੀਗਲੀ ਇਸ ਦਾ ਅਪੋਜ਼ ਕਿਉਂ ਨਹੀਂ ਕਰਦੇ? ਕਾਨੂੰਨੀ ਤੌਰ ਤੇ ਜਾ ਕੇ ਇਸ ਦਾ ਵਿਰੋਧ ਕਿਉਂ ਨਹੀਂ ਕਰਦੇ? ਉਹਦੇ ਅੰਦਰ ਮੈਂ ਤੁਹਾਨੂੰ ਇਹੀ ਗੱਲ ਬਾਰ-ਬਾਰ ਦੱਸਦਾ ਪਿਆ ਕਿ ਜਿਹੜੀ ਚੀਜ਼ ਉਸ 'ਚ ਚੇਂਜਸ ਕਰਨੇ ਸੀਗੇ, ਉਹ ਚੇਂਜਸ ਕਰਨ ਦੇ ਉੱਤੇ ਪਾਲਿਸੀ ਸਨੀ ਆਹਲੂਵਾਲੀਆ ਸਾਹਿਬ ਪਾਲਿਸੀ ਬਣਨ ਤੋਂ ਪਹਿਲਾਂ ਚੇਂਜਸ ਹੁੰਦੇ ਆ। ਸਨੀ ਆਹਲੂਵਾਲੀਆ ਸਾਹਿਬ ਪਾਲਿਸੀ ਬਣਦੀ ਹੈ, ਪਾਲਿਸੀ ਬਣਨ ਤੋਂ ਪਹਿਲਾਂ ਚੇਂਜਸ ਹੁੰਦੇ ਆ। ਵਰਿੰਦਰ ਢਿੱਲੋਂ ਵੀ ਉਹੀ ਗੱਲ ਕਹਿ ਰਹੇ ਨੇ। ਆਪਕੋ ਕੰਮ ਕਰੀ ਜਾਂਦੇ ਹੋ, ਜਿਹੜੀ ਚੀਜ਼ ਸਮਝ ਨਹੀਂ ਸੀ ਪਾਲਿਸੀ ਦੇ ਵਿੱਚ। ਸਨੀ ਆਹਲੂਵਾਲੀਆ ਸਾਹਿਬ ਜਦੋਂ ਕੋਈ ਪਾਲਿਸੀ ਬਣਦੀ ਹੈ ਤਾਂ ਪਾਲਿਸੀ ਬਣਨ ਤੋਂ ਪਹਿਲਾਂ ਚੇਂਜਸ ਹੁੰਦੇ ਆ। ਜੇਕਰ ਪਾਲਿਸੀ ਬਣ ਗਈ, ਲਾਗੂ ਹੋ ਗਈ, ਮਿਨਿਸਟਰ ਇਹ ਕਹਿ ਰਹੇ ਕਿ ਇਸ ਪਾਲਿਸੀ ਨਾਲ ਲਾਹਾ ਮਿਲ ਰਿਹਾ ਹੈ, ਮਾਲੀਆ ਜਿਹੜਾ ਹੈਗਾ ਉਹ ਵੱਧ ਰਿਹਾ ਹੈ, ਸਟੇਟ ਦਾ ਜਿਹੜਾ ਹੈਗਾ ਰੈਵਨਿਊ ਵੱਧ ਰਿਹਾ ਹੈ, ਫਿਰ ਉਸ ਤੋਂ ਬਾਅਦ ਅਮੈਂਡਮੈਂਟ ਦੀ ਲੋੜ ਕਿਉਂ ਹੈ? ਮੈਂ ਤੁਹਾਨੂੰ ਦੱਸ ਰਿਹਾ, ਲੈਫਟੀਨੈਂਟ ਨੇ ਇਸ ਕਰਕੇ ਅਮੈਂਡਮੈਂਟ ਦੀ ਲੋੜ ਹੈ। ਇਸ 'ਚ ਸੀਬੀਆਈ ਰੇਡ ਜਿਹੜੀ ਹੋ ਰਹੀ ਹੈ ਨਾ, ਇਹਦਾ ਮਨੀਸ਼ ਸਿਸੋਦੀਆ ਜੀ ਸਵਾਗਤ ਕਰ ਰਹੇ। ਉਹ ਕਹਿੰਦੇ ਠੀਕ ਹੈ ਤੁਸੀਂ ਮੇਰੇ ਤੇ ਕਰੋ, ਪਰ ਜਿਸ ਬੰਦੇ ਨੇ ਇਹਨੂੰ ਪਾਸ ਕੀਤਾ ਉਸ ਤੇ ਵੀ ਕਰੋ। ਉਹਨੇ ਇਹਨੂੰ ਕਿਸ ਹਿਸਾਬ ਨਾਲ ਪਾਸ ਕਰਤਾ? ਜੇ ਤੁਸੀਂ ਕਹਿੰਦੇ ਐਕਸਾਈਜ਼ ਪਾਲਿਸੀ ਗਲਤ ਸੀ ਤੇ ਉਹਨਾਂ ਨੇ ਅਪਰੂਵ ਕਿਵੇਂ ਕਰਤੀ? ਉਹ ਜੇ ਕੱਲ ਨੂੰ ਵਾਪਸ ਲੈਣੀ ਪਈ ਤੇ ਲੈਫਟੀਨੈਂਟ ਨੇ ਲਿਖ ਕੇ ਕਿਹਾ ਕਿ ਵੀ ਇਸ 'ਚ ਇਹ ਪ੍ਰੋਬਲਮ ਹੈ, ਇਸ ਕਰਕੇ, ਤੇ ਇੰਨੇ ਮਹੀਨੇ ਇਹਨਾਂ ਨੇ ਕਿਉਂ ਨਹੀਂ ਕਿਹਾ? ਇਹ ਗੱਲਾਂ ਜਿਹੜੀਆਂ ਨੇ ਨਾ, ਤੁਸੀਂ ਕਾਂਗਰਸ ਦੀ ਜਿਹੜੀ ਐਂਡ ਦੀ ਗੱਲ ਕਾਂਗਰਸ ਵਾਲੇ ਬਾਰ-ਬਾਰ ਕਹਿ ਰਹੇ ਕਿਵੇਂ ਹੋ ਸਕਦਾ, ਕਿਵੇਂ ਹੋ ਸਕਦਾ, ਇਹਨਾਂ ਤੋਂ ਆਪਣੀ 5 ਸਾਲ ਤਾਂ ਸਰਕਾਰ ਚਲਾਈ ਨਹੀਂ ਗਈ। ਸਨੀ ਆਹਲੂਵਾਲੀਆ ਸਾਹਿਬ ਇਸ ਵੇਲੇ ਅੱਜ ਦਾ ਸਵਾਲ ਇਹ ਹੈਗਾ, ਸਨੀ ਆਹਲੂਵਾਲੀਆ ਸਾਹਿਬ ਉਹ ਹੋ ਗਿਆ ਨਾ, ਸਨੀ ਆਹਲੂਵਾਲੀਆ ਸਾਹਿਬ 5 ਸਾਲ ਉਹਨਾਂ ਦੀ ਸਰਕਾਰ ਸੀਗੀ, ਠੀਕ ਹੈ, ਹੁਣ ਉਹ ਬਾਹਰ ਚਲੇ ਗਏ ਨੇ, ਬਾਜ਼ਾਰ ਤੋਂ ਬਾਹਰ ਹੋ ਗਏ ਨੇ, ਹੁਣ ਤੁਹਾਡੀ ਸਰਕਾਰ ਦੋਵੇਂ ਥਾਂ ਤੇ ਹੈ, ਪੰਜਾਬ ਵਿੱਚ ਵੀ ਹੈ, ਦਿੱਲੀ ਵਿੱਚ ਹੈ। ਸਵਾਲ ਤੁਹਾਨੂੰ ਲੈ ਕੇ ਹੈ, ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਜਿਹੜੀ ਪਾਲਿਸੀ ਨੂੰ ਲੈ ਕੇ ਬਹੁਤ ਵੱਡੇ ਕਲੇਮ ਕੀਤੇ ਜਾ ਰਹੇ ਸੀ ਕਿ ਅਸੀਂ ਟੋਟਲ ਚੇਂਜ ਜਿਹੜਾ ਹੈਗਾ ਕਰ ਦੇਵਾਂਗੇ ਸਿਸਟਮ ਦੇ ਵਿੱਚ, ਪਹਿਲਾਂ ਕਰਪਸ਼ਨ ਹੁੰਦੀ ਸੀਗੀ, ਹੁਣ ਕਰਪਸ਼ਨ ਨਹੀਂ ਹੋਵੇਗੀ ਔਰ ਬੜੀ ਕਲੀਨ ਪਾਲਿਸੀ ਅਸੀਂ ਬਣਾ ਰਹੇ ਹਾਂ, ਉਸ ਨੂੰ ਫਿਰ ਵਾਪਸ ਕਿਉਂ ਲੈਣਾ ਪੈਂਦਾ ਹੈ? ਕਿ ਉਹ ਇਹ ਕਹਿ ਲਿਆ ਜਾਵੇ, ਅਸੀਂ ਇਹ ਕਹਿ ਦਈਏ ਕਿ ਤੁਹਾਡੇ ਕੋਲ ਤਜਰਬਾ ਨਹੀਂ ਸੀਗਾ, ਇਸ ਕਰਕੇ ਤੁਸੀਂ ਪਹਿਲਾਂ ਹਿੱਟ ਕਰਤਾ ਔਰ ਫਿਰ ਉਸ ਨੂੰ ਵਾਪਸ ਲੈ ਲਿਆ? ਪੰਜਾਬ 'ਚ ਨਹੀਂ ਵਾਪਸ ਲਿੱਤਾ, ਪੰਜਾਬ 'ਚ ਸਰ ਦਿੱਲੀ ਦੀ ਗੱਲ ਹੋ ਰਹੀ ਹੈ, ਦਿੱਲੀ ਦੀ ਐਕਸਾਈਜ਼ ਪਾਲਿਸੀ ਤੇ ਰੇਡ ਹੋ ਰਹੀ ਹੈ ਨਾ ਸਰ। ਸਨੀ ਆਹਲੂਵਾਲੀਆ ਸਾਹਿਬ ਦਿੱਲੀ ਦੀ ਪਾਲਿਸੀ ਤੇ ਰੇਡ ਹੋ ਰਹੀ ਹੈ ਨਾ ਸਰ। ਪੰਜਾਬ ਦੇ ਵਿੱਚ ਪਾਲਿਸੀ ਬਣੇ ਨੂੰ ਮਹੀਨਾ ਹੋਇਆ ਵਾ, ਜਿਹਦੇ ਕਰਕੇ ਲੈਫਟੀਨੈਂਟ ਬਣੇ ਨੂੰ ਅਜੇ ਮਹੀਨਾ ਹੋਇਆ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਤੁਸੀਂ ਮੱਤੇਵਾੜਾ ਵਾਲਾ ਫੈਸਲਾ ਵਾਪਸ ਨਹੀਂ ਲਿੱਤਾ? ਪਹਿਲਾਂ ਤੁਸੀਂ ਉਹ ਮੱਤੇਵਾੜਾ ਦੇ ਵਿਧਾਨ ਸਭਾ ਬਹੁਤ ਤਾਰੀਫ ਕਰ ਰਹੇ ਸੀ, ਬਾਅਦ ਤੁਸੀਂ ਵਾਪਸ ਲੈ ਲਿਆ। ਉਹ ਤੁਸੀਂ ਕਰਕੇ ਗਏ ਸੀ। ਉਹ ਭਾਈ ਸਾਹਿਬ ਵਿਧਾਨ ਸਭਾ ਤੁਹਾਡੇ ਮੁੱਖ ਮੰਤਰੀ ਨੇ ਬਿਆਨ ਦਿੱਤੇ ਸੀ ਕਿ ਮੱਤੇਵਾੜੇ ਦੇ ਨਾਲ। ਵਰਿੰਦਰ ਢਿੱਲੋਂ ਇੱਕ ਮਿੰਟ ਪਹਿਲਾਂ ਐਕਸਾਈਜ਼ ਪਾਲਿਸੀ ਵਾਲਾ ਜਵਾਬ ਕਲੀਅਰ ਲੈ ਲਈਏ। ਸਨੀ ਆਹਲੂਵਾਲੀਆ ਸਾਹਿਬ ਬੜਾ ਕਲੀਅਰ ਹੈਗਾ ਹੈ ਕਿ ਐਕਸਾਈਜ਼ ਪਾਲਿਸੀ ਬਣਦੀ ਹੈ, ਇੱਕ ਸਰਕਾਰ ਉਸ ਦਾ ਪੂਰਾ ਵੱਡਾ ਪ੍ਰਚਾਰ ਕਰਦੀ ਹੈ ਕਿ ਦੇਖੋ ਜੀ ਅਸੀਂ ਪੂਰਾ ਸਿਸਟਮ ਚੇਂਜ ਕਰਨ ਜਾ ਰਹੇ ਹਾਂ। ਸਰਕਾਰੀ ਸਿਸਟਮ ਸੀਗਾ, ਉਸ ਦੇ ਵਿੱਚ ਕਰਪਸ਼ਨ ਹੋ ਰਹੀ ਸੀਗੀ, ਹੁਣ ਜਿਹੜਾ ਹੈਗਾ ਦੁਕਾਨਾਂ ਦੀ ਗਿਣਤੀ ਸੀਮਤ ਹੋਵੇਗੀ, ਬੜਾ ਟਰਾਂਸਪੇਰੈਂਟ ਕੰਮ ਹੋਵੇਗਾ ਔਰ ਰੈਵਨਿਊ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਆਵੇਗਾ। ਔਰ ਬਕਾਇਦਾ ਔਨ ਰਿਕਾਰਡ ਇਹ ਗੱਲ ਜਿਹੜੀ ਹੈਗੀ ਉਹ ਡਿਪਟੀ ਸੀਐਮ ਨੇ ਕਹੀ
ਇਹ ਕਿਹਾ ਕਿ 6000 ਕਰੋੜ ਸਰਕਾਰੀ ਪਾਲਿਸੀ ਨਾਲ ਆ ਰਿਹਾ ਸੀਗਾ, ਸਾਡੀ ਪਾਲਿਸੀ ਦੇ ਨਾਲ ਤਕਰੀਬਨ 9000 ਕਰੋੜ ਤੋਂ ਵੱਧ ਦਾ ਜਿਹੜਾ ਹੈਗਾ ਲਾਹਾ ਮਿਲ ਰਿਹਾ, ਰੈਵਨਿਊ ਮਿਲ ਰਿਹਾ ਹੈ। ਇਸ ਤੋਂ ਬਾਅਦ ਪਾਲਿਸੀ ਨੂੰ ਅਮੈਂਡ ਕਰਨਾ, ਪਾਲਿਸੀ ਨੂੰ ਵਾਪਸ ਲੈਣਾ, ਸਭ ਤੋਂ ਵੱਡੀ ਗੱਲ। ਅਮੈਂਡਮੈਂਟ ਫਿਰ ਵੀ ਚਲੋ ਹੋ ਸਕਦਾ ਹੈ ਕਿ ਇੰਪਲੀਮੈਂਟ ਜਦੋਂ ਕਰਤਾ ਕੁਝ ਇੱਕ ਪੁਆਇੰਟ ਲੱਗਦੇ ਤਾਂ ਅਮੈਂਡਮੈਂਟ ਹੋ ਸਕਦੀ ਹੈ, ਛੋਟੀ ਮੋਟੀ ਅਮੈਂਡਮੈਂਟ, ਉਹ ਵੀ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕਦੀ, ਪਰ ਉਸ ਨੂੰ ਵਾਪਸ ਲੈ ਲੈਣਾ ਇਹ ਤਾਂ ਆਪਣੇ ਆਪ ਵਿੱਚ ਚੈਲੰਜਿੰਗ ਪੋਜੀਸ਼ਨ ਹੈਗੀ ਹੈ ਫਿਰ ਸਰਕਾਰ ਦੇ ਲਈ। ਨਹੀਂ, ਮੈਂ ਤੇ ਤੁਹਾਨੂੰ ਕਹਿ ਹੀ ਰਿਹਾ ਕਿ ਦਿੱਲੀ ਦੇ ਅੰਦਰ ਫੁੱਲ ਸਟੇਟ ਨਹੀਂ ਹੈ, ਲੈਫਟੀਨੈਂਟ ਬੈਠਾ ਹੋਇਆ ਹੈ। ਲੈਫਟੀਨੈਂਟ ਜਿਹੜੀ ਚੀਜ਼ਾਂ ਨੂੰ ਪਾਸ ਨਹੀਂ ਕਰਦਾ, ਪਹਿਲਾਂ ਉਹਨੇ ਅਪਰੂਵ ਕਰਤਾ ਸੀ ਤੇ ਅੱਜ ਵੀ ਇਹੀ ਕਹਿ ਰਹੇ, ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਨੇ ਕਿ ਸਰ ਲੀਗਲੀ ਉਸ ਨੂੰ ਚੈਲੰਜ ਕੀਤਾ। ਮੇਰਾ ਫਿਰ ਸਵਾਲ ਉਹੀ ਹੈ ਸਨੀ ਆਲੂਵਾਲੀਆ ਸਾਹਿਬ, ਮੇਰਾ ਸਵਾਲ ਉਹੀ ਹੈ ਨਾ, ਜੇਕਰ ਐਲਜੀ ਨੇ ਕੀਤਾ ਤਾਂ ਲੀਗਲੀ ਤੁਸੀਂ ਚੈਲੰਜ ਕੀਤਾ। ਧਰਨੇ ਪ੍ਰਦਰਸ਼ਨ ਦੀ ਗੱਲ ਛੱਡ ਦਿਓ, ਸੀਐਮ ਨੇ ਜਾ ਕੇ ਧਰਨਾ ਦਿੱਤਾ, ਪ੍ਰਦਰਸ਼ਨ ਕੀਤਾ, ਇਹ ਨਹੀਂ, ਲੀਗਲੀ ਤੁਸੀਂ ਚੈਲੰਜ ਕੀਤਾ। ਸਰ ਇਦਾਂ ਹੁੰਦਾ ਹੈ ਕਿ ਲੀਗਲੀ ਕੀ ਹੈ, ਪਹਿਲਾਂ ਅਸੀਂ ਲੀਗਲ ਦੀ ਐਡਵਾਈਸ ਲੈਂਦੇ ਹਾਂ। ਲੀਗਲ ਐਡਵਾਈਸ ਕਹਿੰਦੀ ਹੈ ਜੀ ਅਗਰ ਇਹਦੇ ਅੰਦਰ ਲੈਫਟੀਨੈਂਟ ਨੇ ਕਿਹਾ ਇਹ ਤੁਸੀਂ ਅਗਰ ਮੇਜਰ ਚੇਂਜਸ ਨੇ ਇਹਨੂੰ ਰੋਲ ਬੈਕ ਕਰਕੇ ਨਵੀਂ ਪਾਲਿਸੀ ਲੈ ਕੇ ਆਓ। ਹੁਣ ਕੀ ਹੁੰਦਾ ਹੈ, ਜਦ ਸਰਕਾਰ ਚੱਲਦੀ ਹੈ ਫੁੱਲ ਸਟੇਟ ਦੇ ਅੰਦਰ ਅਲੱਗ ਡਿਸਟੈਂਸ ਹੁੰਦਾ, ਇਹ ਉੱਥੇ ਜਾਂਦੇ ਨੇ ਹਾਈ ਕੋਰਟ ਦੇ ਥਰੂ ਕਾਂਗਰਸ ਤੇ ਬੀਜੇਪੀ ਵਾਲੇ ਕਿ ਜੀ ਇਹ ਗਲਤ ਹੋ ਗਿਆ, ਗਲਤ ਹੋ ਗਿਆ। ਜਿਹੜੀ ਸਟੇਟ ਇਹਨਾਂ ਦੇ ਕੰਟਰੋਲ ਥੱਲੇ ਹੈ, ਯੂਨੀਅਨ ਟੈਰੀਟਰੀ ਹੈ, ਉਹਦੇ ਅੰਦਰ ਲੈਫਟੀਨੈਂਟ ਜਿਹੜੀਆਂ ਨੇ ਉਹ ਚੀਜ਼ਾਂ ਨੂੰ ਇੰਨੇ ਜਲਦੀ ਅਪਰੂਵ ਨਹੀਂ ਕਰਦਾ। ਇਸ ਕਰਕੇ ਤੁਸੀਂ ਕਹਿ ਰਹੇ ਹੋ ਤੁਸੀਂ ਉਸ ਤੇ ਲੀਗਲ ਕਿਉਂ ਨਹੀਂ ਕੀਤਾ, ਅਸੀਂ ਕਹਿ ਰਹੇ ਹਾਂ ਕਿ ਸਾਰੀ ਐਡਵਾਈਜ਼ਰੀ ਲਿਖਤੀ ਗਈ ਔਰ ਉਸ ਤੋਂ ਬਾਅਦ ਫੈਸਲੇ ਲਿਖਤੇ ਜਾਂਦੇ ਨੇ ਕਿ ਸਰਕਾਰ ਨੇ ਕਿਵੇਂ ਅੱਗੇ ਚਲਾਉਣਾ ਹੁੰਦਾ ਹੈ। ਚਲੋ ਠੀਕ ਹੈ ਆਲੂਵਾਲੀਆ ਸਾਹਿਬ, ਤੁਹਾਡੀ ਕੁਝ ਮਜਬੂਰੀਆਂ ਅੱਜ ਦਾ ਦਿਨ ਹੋ ਸਕਦੀਆਂ ਨੇ, ਕੁਝ ਤੁਸੀਂ ਖੁੱਲ ਕੇ ਨਹੀਂ ਗੱਲ ਕਰ ਪਾ ਰਹੇ, ਪਰ ਸਵਾਲ ਹਜੇ ਵੀ ਖੜਾ ਉੱਥੇ ਹੀ ਕਿ ਜੇਕਰ ਕੱਟੜ ਇਮਾਨਦਾਰ ਸਰਕਾਰ ਸੀਗੀ ਔਰ ਜੇਕਰ ਕੱਟੜ ਇਮਾਨਦਾਰ ਸਰਕਾਰ ਦੀ ਟਰਾਂਸਪੇਰੈਂਟ ਪਾਲਿਸੀ ਸੀਗੀ ਤਾਂ ਫਿਰ ਸਟੈਂਡ ਲਿਆ ਜਾ ਸਕਦਾ ਸੀਗਾ, ਜਿਹੜਾ ਨਹੀਂ ਲਿਆ ਗਿਆ ਔਰ ਉਸ ਨੂੰ ਲੈ ਕੇ ਸਵਾਲ ਅੱਜ ਖੜੇ ਹੋ ਰਹੇ ਨੇ। ਫਿਰ ਭਾਵੇਂ ਉਹ ਸਵਾਲ ਕਾਂਗਰਸ ਚੱਕਰੀ ਹੋਵੇ ਜਾਂ ਭਾਵੇਂ ਉਹ ਸਵਾਲ ਬੀਜੇਪੀ ਚੱਕਰੀ ਹੋਵੇ ਜਾਂ ਬਾਕੀ ਤਰ੍ਹਾਂ ਚੱਕਰੀਆਂ ਹੋਣ, ਉਹ ਸਵਾਲ ਜਿਹੜੇ ਹੈਗੇ ਉਹ ਚੱਕਰੇ ਨੇ। ਬਹੁਤ ਬਹੁਤ ਸ਼ੁਕਰੀਆ ਬਰਿੰਦਰ ਢਿੱਲੋਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਨੀ ਆਲੂਵਾਲੀਆ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਦੋਵੇਂ ਆਗੂ ਜਿਹੜਾ ਹੈਗੇ ਸਾਡੇ ਨਾਲ ਗੱਲ ਕਰ ਰਹੇ ਸੀ। ਔਰ ਇਸ ਵੇਲੇ ਅਹਿਮ ਗੱਲ ਇਹ ਹੈਗੀ ਹੈ ਕਿ ਇਸ ਵੇਲੇ ਜਿਹੜੀ ਰੇਡ ਚੱਲ ਰਹੀ ਹੈ, ਸੀਬੀਆਈ ਜਿਹੜੀ ਹੈਗੀ ਪੰਜਾਬ ਦੇ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ, ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਹੈਗੀ ਹੈ, ਤਕਰੀਬਨ 21 ਥਾਵਾਂ ਤੇ ਜਿਹੜਾ ਹੈਗਾ ਇਹ ਛਾਪੇਮਾਰੀ ਹੋ ਰਹੀ ਹੈ 7 ਸੂਬਿਆਂ ਦੇ ਵਿੱਚ। 7 ਸੂਬੇ ਅਤੇ ਯੂਟੀ ਨੇ ਜਿੱਥੇ 21 ਥਾਵਾਂ ਤੇ ਸੀਬੀਆਈ ਦੀ ਰੇਡ ਹੈਗੀ ਹੈ ਔਰ 21 ਥਾਵਾਂ ਤੇ ਜਿਹੜੀ ਇਹ ਛਾਪੇਮਾਰੀ ਜਿਹੜੀ ਚੱਲ ਰਹੀ ਹੈ ਇਸ ਵੇਲੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਹੈਗੀ ਹੈ। ਦਿੱਲੀ ਦੇ ਡਿਪਟੀ ਸੀਐਮ ਦੇ ਘਰ ਤਕਰੀਬਨ ਪਿਛਲੇ 2 ਘੰਟੇ ਤੋਂ ਇਹ ਰੇਡ ਜਿਹੜੀ ਹੈਗੀ ਲਗਾਤਾਰ ਜਾਰੀ ਹੈ। 5 ਤੋਂ 7 ਅਧਿਕਾਰੀ ਸੀਬੀਆਈ ਦੇ ਜਿਹੜੇ ਹੈਗੇ ਉਹ ਇਸ ਵੇਲੇ ਮਨੀਸ਼ ਸਿਸੋਦੀਆ ਦੇ ਘਰ ਦੇ ਅੰਦਰ ਮੌਜੂਦ ਨੇ, ਜਿੱਥੇ ਉਹ ਪੁੱਛ ਪੜਤਾਲ ਜਿਹੜਾ ਹੈਗਾ ਕਰ ਰਹੇ ਨੇ। ਹਾਲਾਂਕਿ ਆਮ ਆਦਮੀ ਪਾਰਟੀ ਇਸ ਨੂੰ ਸ਼ੁਰੂਆਤ ਦੇ ਵਿੱਚ ਇਹ ਕਹਿ ਰਹੀ ਸੀਗੀ ਕਿ ਕਿਉਂਕਿ ਦਿੱਲੀ ਦੇ ਐਜੂਕੇਸ਼ਨ ਮਾਡਲ ਦਾ ਅੱਜ ਕੌਮਾਂਤਰੀ ਪੱਧਰ ਤੇ ਜ਼ਿਕਰ ਹੋਇਆ ਹੈ, ਨਿਊਯਾਰਕ ਟਾਈਮਸ ਨੇ ਜਿਹੜਾ ਹੈਗਾ ਮਨੀਸ਼ ਸਿਸੋਦੀਆ ਦੀ ਤਸਵੀਰ ਜਿਹੜੀ ਹੈਗੀ ਸ਼ਾਇਆ ਕੀਤੀ ਹੈ, ਦਿੱਲੀ ਦੇ ਸਕੂਲਾਂ ਦੇ ਬਾਰੇ ਲਿਖਿਆ, ਬਹੁਤ ਵਧੀਆ ਖਬਰ ਲਿਖੀ ਹੈ, ਇਸ ਕਰਕੇ ਜਿਹੜਾ ਹੈਗਾ ਇਹ ਰੇਡ ਕੀਤੀ ਗਈ ਹੈ। ਪਰ ਜਦੋਂ ਹੌਲੀ-ਹੌਲੀ ਸਵਾਲ ਉੱਠਣੇ ਸ਼ੁਰੂ ਹੋਏ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗੂ ਕੀਤੀ ਸੀ ਔਰ ਜਿਸ ਦੇ ਬਾਰੇ ਕਲੇਮ ਕੀਤਾ ਗਿਆ ਸੀ ਕਿ ਇਹ ਬਹੁਤ ਵਧੀਆ ਪਾਲਿਸੀ ਅਸੀਂ ਲੈ ਕੇ ਆਏ ਹਾਂ, ਟਰਾਂਸਪੇਰੈਂਟ ਹੈਗੀ ਹੈ ਔਰ ਇਸ ਦੇ ਨਾਲ ਰੈਵਨਿਊ ਜਿਹੜਾ ਹੈਗਾ ਸਟੇਟ ਗਵਰਨਮੈਂਟ ਦਾ ਵਧੇਗਾ ਔਰ ਵਧਿਆ ਹੈ, ਇਹ ਦਾਅਵਾ ਕੀਤਾ ਗਿਆ। ਡਿਪਟੀ ਸੀਐਮ ਦੇ ਵੱਲੋਂ ਵੀ ਉਸ ਵੇਲੇ ਦਾਅਵਾ ਕੀਤਾ ਗਿਆ। ਸਵਾਲ ਇਹ ਹੈਗਾ ਕਿ ਫਿਰ ਇਸ ਪਾਲਿਸੀ ਨੂੰ ਰੋਲ ਬੈਕ ਕਰਨ ਦੀ ਲੋੜ ਕਿਉਂ ਪਈ? ਪ੍ਰੈਸ਼ਰ ਭਾਵੇਂ ਕਿਸੇ ਵੀ ਲੈਵਲ ਦਾ ਆਇਆ ਸੀਗਾ ਔਰ ਜੇਕਰ ਰੋਲ ਬੈਕ ਕਰਨ ਦੇ ਲਈ ਕਿਹਾ ਗਿਆ ਤਾਂ ਕੀ ਉਸ ਨੂੰ ਚੈਲੰਜ ਕੀਤਾ ਗਿਆ? ਸਵਾਲ ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਇਹ ਸਵਾਲ ਚੁੱਕ ਰਹੀਆਂ ਨੇ ਕਿ ਇੱਕ ਪਾਲਿਸੀ ਜਦੋਂ ਲਾਗੂ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਅਮੈਂਡਮੈਂਟ ਕਰਨ ਦੀ ਲੋੜ ਕਿਉਂ ਪੈਂਦੀ ਹੈ, ਉਸ ਦੇ ਵਿੱਚ ਸੁਧਾਰ ਕਰਨ ਦੀ ਲੋੜ ਕਿਉਂ ਪੈਂਦੀ ਹੈ? ਅਕਸਰ ਇਹ ਹੁੰਦਾ ਹੈ ਕਿ ਜਦੋਂ ਪਾਲਿਸੀ ਦਾ ਡਰਾਫਟ ਤਿਆਰ ਹੁੰਦਾ ਹੈ ਉਸ ਡਰਾਫਟ ਨੂੰ ਲੈ ਕੇ ਚਰਚਾ ਹੁੰਦੀ ਹੈ, ਉਸ ਡਰਾਫਟ ਦੇ ਉੱਤੇ ਇੱਕ ਪੁਆਇੰਟ ਜਿਹੜਾ ਹੁੰਦਾ ਹੈ ਉਸ ਦੀ ਲੀਗਲ ਜਿਹੜਾ ਹੈਗਾ ਮੈਪਿੰਗ ਕੀਤੀ ਜਾਂਦੀ ਹੈ ਕਿ ਜੇਕਰ ਇਹ ਇੰਪਲੀਮੈਂਟ ਹੋਵੇਗੀ ਪਾਲਿਸੀ, ਇਸ ਨੀਤੀ ਨੂੰ ਲਾਗੂ ਕੀਤਾ ਜਾਵੇਗਾ ਤਾਂ ਇਸ ਤੇ ਇਹ ਪਲੱਸ ਪੁਆਇੰਟ ਹੋਣਗੇ, ਇਹ ਇਸ ਦੇ ਨੈਗੇਟਿਵ ਪੁਆਇੰਟ ਹੋਣਗੇ, ਇਹ ਪੋਜ਼ਿਟਿਵ ਪੁਆਇੰਟ ਨੇ, ਨੈਗੇਟਿਵ ਪੁਆਇੰਟ ਨੇ, ਪ੍ਰੋਸ ਨੇ, ਕੌਨਸ ਨੇ। ਇਹ ਉਸ ਵੇਲੇ ਡਿਸਾਈਡ ਕੀਤਾ ਜਾਂਦਾ ਜਦੋਂ ਡਰਾਫਟ ਤਿਆਰ ਹੁੰਦਾ ਹੈ ਔਰ ਡਰਾਫਟ ਤਿਆਰ ਹੋਣ ਤੋਂ ਬਾਅਦ ਬਕਾਇਦਾ ਚਰਚਾ ਹੁੰਦੀ ਹੈ, ਡਿਸਕਸ਼ਨ ਹੁੰਦੀ ਹੈ, ਮੀਟਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਪਾਲਿਸੀ ਜਿਹੜੀ ਹੈਗੀ ਹੈ ਉਸ ਨੂੰ ਅਮਲੀ ਜਾਮਾ ਜਿਹੜਾ ਹੈਗਾ ਅਪਣਾਇਆ ਜਾਂਦਾ ਹੈ। ਔਰ ਜੇਕਰ ਪਾਲਿਸੀ ਨੂੰ ਅਮਲੀ ਜਾਮਾ ਜਿਹੜਾ ਹੈਗਾ ਉਹ ਅਪਣਾਇਆ ਗਿਆ ਤੇ ਉਸ ਤੋਂ ਬਾਅਦ ਵੀ ਜੇਕਰ ਇਸ ਨੂੰ ਰੋਲ ਬੈਕ ਕਰਨਾ ਪੈਂਦਾ ਹੈ ਤਾਂ ਫਿਰ ਸਵਾਲ ਖੜੇ ਹੁੰਦੇ ਨੇ। ਸੁਸ਼ੀਲ ਪਾਂਡੇ ਮੇਰੇ ਸਹਿਯੋਗੀ ਮੇਰੇ ਨਾਲ ਲਗਾਤਾਰ ਮੌਜੂਦ ਨੇ, ਮਨੀਸ਼ ਸਿਸੋਦੀਆ ਘਰ ਦੇ ਬਾਹਰ ਮੌਜੂਦ ਸੀਗੇ, ਉਹਨਾਂ ਤੋਂ ਹੋਰ ਜਾਣਕਾਰੀ ਲੈਣੇ ਨੇ। ਸੁਸ਼ੀਲ, ਕੀ ਕੋਈ ਜਾਣकारी है इस वेले की सीबीआई की टीम फिलहाल कार्रवाई ਦੇ ਵਿੱਚ रुझी हुई है? क्या सीबीआई वहां अभी भी अपनी कार्रवाई में लगी हुई है? 5 से 7 अधिकारी आप बता रहे थे अभी घर के अंदर हैं, तकरीबन 2 घंटे से ज्यादा का वक्त हो गया। हालांकि अब इस पर राजनीतिक माहौल जो है वो पूरी तरह से गरमाने लगा है, पंजाब में भी और शायद दिल्ली में भी। सुशील, बिल्कुल, देखिए गगन आप सही कह रहे हैं, लगातार राजनीतिक माहौल गरमाना लाजमी है क्योंकि आम आदमी पार्टी शुरू से ये कह रही थी कि जब से दिल्ली के उपराज्यपाल के द्वारा सीबीआई को एक्साइज पॉलिसी की जांच को लेकर रिकमेंडेशन भेजा गया था और अब सीबीआई ने इस पूरे मामले में जिस तरह मनीष सिसोदिया समेत 4 लोगों पर एफआईआर दर्ज किया है,
ये तय है कि राजनीति होना लाजमी था, लेकिन अभी तक सीबीआई की अगर टीम की बात करें तो लगभग 2 दर्जन से ज्यादा अधिकारी जो हैं वो फिलहाल सीबीआई के अधिकारी जो हैं वो अंदर मौजूद है, क्योंकि 3 सीबीआई की गाड़ियां जो हैं वो फिलहाल आज सुबह 8 बजे ही मनीष सिसोदिया के आवास पर फिलहाल सर्च ऑपरेशन के लिए पहुंची थी और 21 जगहों पर एक साथ रेड डाला गया है सीबीआई का, और इन 21 जगहों पर लगातार छापेमारी चल रही है, जिसमें से 7 राज्य शामिल हैं, उसमें से यूनियन टेरिटरी भी शामिल है। पंजाब के भी कुछ लोकेशन पर छापेमारी चल रही है, तेलंगाना, महाराष्ट्र और आंध्र प्रदेश, इन तमाम जगहों पर छापेमारी चल रही है। दमन द्वीप का भी जिक्र किया जा रहा है, क्योंकि इससे पहले जो एक्साइज कमिश्नर थे उनके यहाँ भी फिलहाल छापेमारी चल रही है। हालांकि उन तमाम लोगों पर एसजी के द्वारा कार्रवाई की जा चुकी है, उन तमाम अधिकारियों को सस्पेंड किया गया है, लेकिन चूंकि उन तमाम अधिकारियों की संलिप्तता थी इसलिए इन्वेस्टिगेशन का वो हिस्सा रहेंगे और लगातार सीबीआई इन्वेस्टिगेशन कर रही है। मनीष सिसोदिया से भी पूछताछ सीबीआई के अधिकारियों के द्वारा की जा रही है, क्योंकि मनीष सिसोदिया के पास ही एक्साइज डिपार्टमेंट था, आबकारी जो विभाग है वो मनीष सिसोदिया के पास था, और इसीलिए इस पूरे मामले में मनीष सिसोदिया फर्स्ट एक्यूज बनाए गए हैं सीबीआई के एफआईआर में। तो कहीं ना कहीं इस पूरे मामले में सीबीआई का जो इन्वेस्टिगेशन है वो शुरू हो चुका है, लेकिन इसके साथ साथ राजनीति भी शुरू हो गई है। लेकिन आम आदमी पार्टी की तरफ से शुरू से ये कहा जा रहा है कि इस पूरे मामले में जांच होनी चाहिए और जो लोग हैं उनके खिलाफ कार्रवाई होनी चाहिए। और मनीष सिसोदिया ने ही आज सुबह ये ट्वीट कर जानकारी दी और ये कहा कि सीबीआई जिस पूरे मामले में जांच कर रही है वो मेरे घर पर आई हुई है, हम उसकी जांच में सहयोग करेंगे और सीबीआई टीम का स्वागत है। यानी कि डिप्टी सीएम या फिर अरविंद केजरीवाल इस पूरे मामले में जांच को लेकर कभी भी पीछे नहीं हटे। उनका ये आरोप जरूर रहा कि ये एक राजनीतिक मंशा के द्वारा जांच को लेकर कहीं ना कहीं जो विपक्ष है वो उनको फंसाने की कोशिश कर रही है, क्योंकि कहीं ना कहीं मनीष सिसोदिया का जो एजुकेशन पॉलिसी है वो फिलहाल विदेशों में भी उसकी सराहना की जा रही है, और शायद यही वजह है कि कहीं ना कहीं इन्वेस्टिगेशन को लेकर सीबीआई इस पूरे मामले को टर्न ऑन करना चाहती है, क्योंकि आने वाले समय में कुछ राज्यों में विधानसभा चुनाव है, जिसके मद्देनजर कहीं ना कहीं ये कार्रवाई बहुत ही इंपॉर्टेंट बताई जा रही है। लेकिन जिस तरह आम आदमी पार्टी के एक मंत्री सत्येंद्र जैन मनी लॉन्ड्रिंग के मामले में अभी फिलहाल हिरासत में है और वो फिलहाल कस्टडी में तिहाड़ जेल में है, तो ऐसे में सीबीआई के द्वारा मनीष सिसोदिया के घर पर छापेमारी करने का एक मैसेज देने की कहीं ना कहीं जरूरत है। और फिलहाल आम आदमी पार्टी ने सीबीआई की जांच का सहयोग किया है और उन्होंने कहा है वो हर जांच में सहयोग करेंगे, लेकिन अभी लगभग 2 घंटे से ज्यादा का समय बीत चुका है। जैसा गगन आप बता भी रहे थे, इन्वेस्टिगेशन जो है वो चल रही है। सीबीआई की के 3 अधिकारी उनके घर के प्राइमिसेस के बाहर हैं, जो फिलहाल किसी को अंदर आने की अनुमति नहीं दे रहे हैं, और जो और आला अधिकारी हैं वो अंदर तमाम दस्तावेजों को खंगाल रहे हैं और मनीष सिसोदिया से पूछताछ भी कर रहे हैं। बिल्कुल बिल्कुल सुशील, सवाल यहां इस बात को लेकर भी है कि दिल्ली की एक्साइज पॉलिसी का जो एक्ट 2010 था उसके उल्लंघन की बात दिल्ली के मुख्य सचिव ने की जब उन्होंने रिपोर्ट अपनी गवर्नर को सौंपी। लेफ्टिनेंट गवर्नर को जब रिपोर्ट सौंपते हैं, किस तरह की अनियमितताओं का जिक्र उस रिपोर्ट में किया गया था? देखिए, जो मुख्य सचिव के द्वारा जांच की गई थी उस जांच में ये पाया गया है कि जिन तमाम लोगों को एक्साइज पॉलिसी के मद्देनजर ब्लैकलिस्ट किया गया था, उनको न केवल दिल्ली में फिलहाल शराब की दुकानें खोलने की आजादी थी, बल्कि शराब बेचने की भी आजादी उनको नहीं थी। उन तमाम लोगों को दिल्ली सरकार के द्वारा दोबारा टेंडर दिया गया है और उन तमाम लोगों को फिलहाल शराब बेचने की अनुमति दी गई है। दूसरा जो एक फैक्ट फिलहाल बिल्कुल सुशील, ये बिल्कुल जांच का विषय कहीं ना कहीं ये तमाम बातें हैं। अब जांच रिपोर्ट जा चुकी है, सीबीआई जांच शुरू हो चुकी है, जिसकी सिफारिश जुलाई में कर चुके थे दिल्ली के लेफ्टिनेंट गवर्नर। वो जांच अब शुरू हो चुकी है। बहुत बहुत शुक्रिया सुशील इस तमाम जानकारी के लिए। सुशील पांडे मेरे सहयोगी जानकारी दे रहे सन किस तरीके दिल्ली के रेड चली और इस वेले